ਅੰਗਰੇਜ਼ਾਂ ਦੀ ਗੁਲਾਮੀ ਤਾਂ ਉਹਨਾਂ ਨੂੰ ਪ੍ਰਵਾਨ ਹੈ, ਪਰ ਸਿੱਖਾਂ ਦਾ ਖਾਲਸਾ ਰਾਜ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਕਿਉਂਕਿ ਉਸ ਟਾਈਮ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ। ਮੁਗਲਾਂ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ, ਅੰਗਰੇਜ਼ਾਂ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ, ਆਜ਼ਾਦੀ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ। ਜਦੋਂ ਦੇਸ਼ ਆਜ਼ਾਦ ਹੋ ਗਿਆ, ਜੋ ਕੀਤੇ ਹੋਏ ਵਾਅਦੇ ਸਨ, ਇਹ ਵਾਅਦਿਆਂ ਤੋਂ ਜਿਹੜੇ ਇੱਥੋਂ ਦੇ ਹੁਕਮਰਾਨ ਸਨ ਉਹ ਇਨਕਾਰੀ ਹੋ ਗਏ। ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ, ਇਸ ਦੀ ਆਵਾਜ਼ ਬੁਲੰਦ ਕਰਨਾ ਸ਼ੁਰੂ ਕੀਤੀ। ਇਹ ਉਸ ਦਾ ਪਰਿਣਾਮ ਸੀ 1984 ਦਾ ਘੱਲੂਘਾਰਾ, ਕਿ ਸਿੱਖ ਕੌਮ ਨੂੰ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਇਹ ਦੁਬਾਰਾ ਸਿਰ ਨਾ ਚੁੱਕ ਸਕਣ ਭਾਰਤ ਦੇ। ਕਿ ਹੋ ਸਕਦਾ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹੋਣਗੀਆਂ ਤੇ ਕਤਲੇਆਮ ਹੋ ਸਕਦਾ ਹੈ। ਕੁੱਤੇ ਭੌਂਕਦੇ ਨੇ, ਹਾਥੀ ਮਸਚਾਲ ਚੱਲਦੇ ਨੇ, ਪਰ ਜਿਸ ਦਿਨ ਭੌਂਕਣ ਵਾਲਾ ਕੁੱਤਾ ਹਾਥੀ ਦੇ ਪੈਰ ਥੱਲੇ ਆਇਆ, ਫਿਰ ਉਸ ਨੂੰ ਅਹਿਸਾਸ ਹੋਏਗਾ। 84 ਯਾਦ ਕਰਾਉਣ ਦੀਆਂ ਗੱਲਾਂ ਕਰਨ ਵਾਲੇ ਜਿਸ ਦਿਨ ਕਿਧਰੇ ਸਾਹਮਣੇ ਆ ਗਏ ਤੇ ਉਸ ਦਿਨ ਇਹਨਾਂ ਨੂੰ ਪਤਾ ਚੱਲ ਜਾਏਗਾ ਦੁਹਰਾਈ ਕਿਸ ਤਰੀਕੇ ਨਾਲ ਜਾਂਦੀ ਹੈ। ਜਿਹੜਾ ਅੰਤਕਵਾਦੀ ਹੋਵੇ ਉਸ ਦੇ ਖਿਲਾਫ ਇੱਕ ਵੀ FIR ਦਰਜ ਨਾ, ਤੁਸੀਂ ਉਸ ਨੂੰ ਅੱਤਵਾਦੀ ਕਿਸ ਤਰ੍ਹਾਂ ਕਹਿ ਸਕਦੇ ਹੋ ਬਈ? ਉੱਠ ਜਾਗ ਤੂੰ, ਇਹ ਸੌਣ ਦਾ ਵੇਲਾ ਨਹੀਂ, ਇਹ ਰੰਗਰਲੀਆਂ ਦਾ ਸਮਾਂ ਨਹੀਂ, ਇਹ ਗਾਉਣ ਦਾ ਵੇਲਾ ਨਹੀਂ। ਆਫਤਾਂ ਨੇ ਘੇਰਿਆ ਜਾ ਆਸ਼ਿਆਨਾ ਏ ਤੇਰਾ, ਮਿੱਤਰ ਕੋਈ ਨਹੀਂ ਸਜਣਾ ਵੈਰੀ ਜਮਾਨਾ ਏ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ੇਸ਼ ਟੌਪਿਕ ਹੈ ਜੂਨ 1984, ਸਿੱਖਾਂ ਦੇ ਨਾਲ ਘੱਲੂਘਾਰਾ, ਸਿੱਖ ਕਤਲੇਆਮ। ਤੇ ਸਾਡੇ ਨਾਲ ਇਸ ਵਿਸ਼ੇਸ਼ ਟੌਪਿਕ ਤੇ ਗੱਲ ਕਰਨ ਦੇ ਲਈ ਸਰਦਾਰ ਗੁਰਮੀਤ ਸਿੰਘ ਜੀ ਹਨ, ਜੋ ਕਿ ਸਿੱਖ ਪੰਥ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਨੇ। ਨਾਲ ਹੀ ਸਿੱਖ ਪ੍ਰਚਾਰਕ ਵੀ ਨੇ ਤੇ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਰਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 1984 ਦੇ ਵਿੱਚ ਭਾਰਤ ਸਰਕਾਰ ਦੇ ਦੁਆਰਾ ਕਰਾਇਆ ਗਿਆ ਸਿੱਖਾਂ ਦੇ ਨਾਲ ਘੱਲੂਘਾਰਾ, ਤੁਸੀਂ ਇਹਨੂੰ ਭਾਰਤ ਸਰਕਾਰ ਦੇ ਪ੍ਰਤੀ ਨਫ਼ਰਤ ਮੰਨਦੇ ਹੋ ਜਾਂ ਕੁਝ ਹੋਰ ਮੰਨਦੇ ਹੋ? ਦੇਖੋ ਵੀਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ 1984 ਦੇ ਵਿੱਚ ਭਾਰਤ ਦੀ ਸਰਕਾਰ ਨੇ ਸਾਡੇ ਦੇ ਉੱਪਰ ਜੋ ਹਮਲਾ ਕੀਤਾ, ਇਹ ਇੱਕ ਨਫ਼ਰਤ ਦਾ ਨਤੀਜਾ ਸੀ ਜੋ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨਾਂ ਦੇ ਵਿੱਚ ਸੀ। ਔਰ ਇਹ ਨਫ਼ਰਤ ਕੋਈ ਇੱਕਦਮ ਪੈਦਾ ਹੋਈ ਨਫ਼ਰਤ ਨਹੀਂ ਸੀ, ਬਲਕਿ ਇਤਿਹਾਸ ਦੇ ਥੋੜ੍ਹਾ ਜਿਹਾ ਅਸੀਂ ਪਿਛੋਕੜ ਵਾਲੇ ਪਾਸੇ ਚਲੇ ਜਾਈਏ ਤੇ ਤੁਸੀਂ ਦੇਖੋ, ਗੁਰੂ ਨਾਨਕ ਦੇ ਪਾਤਸ਼ਾਹ ਦੇ ਸਮੇਂ ਸਿੱਖ ਕੌਮ ਦਾ ਆਰੰਭਤਾ ਹੁੰਦੀ ਹੈ, ਆਗਾਜ਼ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਤੇ ਨਿਰਾਲੇ ਪੰਥ ਦੀ ਨਿਸ਼ਾਨੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ। ਫਿਰ ਵਿਆਹ ਹੋਣ ਲੱਗਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੈਂ ਨਹੀਂ ਮੰਨਦਾ ਅਗਨੀ ਦੇਵਤੇ ਨੂੰ। ਤੇ ਪੰਡਿਤ ਹਰਦਿਆਲ ਕਹਿਣ ਲੱਗੇ, ਵਿਆਹ ਕਿਸ ਤਰ੍ਹਾਂ ਕਰਾਂਗੇ? ਤੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦਾ ਪਾਠ ਕਰਕੇ ਪਰਿਕਰਮਾ ਚਾਰ ਕਰ ਲਈਆਂ। ਤੇ ਉਸ ਸਮੇਂ ਜਿਹੜੀਆਂ ਵਿਪਰਵਾਦੀ ਤਾਕਤਾਂ ਸਨ, ਉਹਨਾਂ ਨੂੰ ਇਹ ਆਪਣੇ ਵਾਸਤੇ ਇੱਕ ਬੜਾ ਵੱਡਾ ਖਤਰਾ ਮਹਿਸੂਸ ਹੋਇਆ ਕਿ ਇਹ ਨਿਆਰੇ ਸੱਭਿਆਚਾਰ, ਇੱਕ ਨਿਰਮਲ ਪੰਥ ਦਾ ਹੁਣੇ ਹੀ ਇਸ ਨੂੰ ਨੇਸ ਤੋਂ ਨਾਬੂਦ ਕਰ ਦੇਣਾ ਚਾਹੀਦਾ, ਨਹੀਂ ਤੇ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਅਚਲ ਬਟਾਲੇ ਦੀ ਕੱਚੀ ਕੰਧ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਉੱਥੇ ਖੜੇ ਕਰਕੇ ਵਿੱਚ ਸੈਂਕੜੇ ਬੰਦੇ ਖੜੇ ਕਰ ਦਿੱਤੇ ਕਿ ਜਦੋਂ ਗੁਰੂ ਨਾਨਕ ਸਾਹਿਬ ਬੈਠ ਜਾਣ ਤੇ ਇਸ ਕੰਧ ਨੂੰ ਧੱਕਾ ਦੇ ਦਿਓ ਤਾਂ ਕਿ ਇਸ ਕੰਧ ਦੇ ਥੱਲੇ ਦੱਬ ਕੇ ਇਸ ਨਿਆਰੇ ਸੱਭਿਆਚਾਰ ਤੇ ਨਿਰਮਲ ਪੰਥ ਦਾ ਜਿਹੜਾ ਬੀਜ ਹੀ ਨਾਸ਼ ਕੀਤਾ ਜਾ ਸਕੇ। ਪਰ ਬਾਬਾ ਅਗਮ ਅਗਾਧਪੁਰ ਕਿਹੜਾ ਝੱਲੇ ਗੁਰੂ ਕੀ ਝਾਲਾ, ਕਾਮਯਾਬ ਨਹੀਂ ਹੋ ਸਕੇ। ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੱਤੀ ਲੋਹ ਤੇ ਬੈਠਦੇ ਨੇ, ਜੋ ਸੱਚ ਦੇ ਵਾਸਤੇ ਸੀ, ਮਨੁੱਖਤਾ ਦੇ ਭਲੇ ਦੇ ਵਾਸਤੇ ਸੀ। ਤੇ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਸਰੀਰਕ ਯਾਤਨਾਵਾਂ ਕੌਣ ਦੇ ਰਿਹਾ? ਚੰਦੂ। ਔਰ ਚੰਦੂ ਕੌਣ ਹੈ? ਉਹ ਵਿਪਰਵਾਦੀ ਤਾਕਤਾਂ ਦਾ ਇੱਕ ਹਿੱਸਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਨ੍ਹਾਂ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਦਿਲਾਉਣ ਦੇ ਵਾਸਤੇ, ਕਿਉਂਕਿ ਔਰੰਗਜ਼ੇਬ ਉਸ ਸਮੇਂ ਹਿੰਦੂ ਧਰਮ ਦਾ ਹੀ ਖਾਤਮਾ ਕਰ ਰਿਹਾ ਸੀ, ਇਹਨਾਂ ਨੂੰ ਜਬਰੀ ਇਸਲਾਮ ਦੇ ਵਿੱਚ ਲਿਆ ਰਿਹਾ ਸੀ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹਨਾਂ ਨੂੰ ਧਾਰਮਿਕ ਸੁਤੰਤਰਤਾ ਦਿਲਾਉਣ ਦੇ ਵਾਸਤੇ ਮਜਲੂਮ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ, ਕੁਰਬਾਨੀ ਦਿੱਤੀ। ਤੇ ਆਸਾਨ ਫਰਾਮੋਸ਼ ਤਾਂ ਇਹ ਦੇਖੋ ਇਸ ਚੀਜ਼ ਦੀ ਹੈ ਕਿ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਨੂੰ ਕੇਵਲ ਰਾਸ਼ਟਰ ਤੱਕ ਸੀਮਿਤ ਕਰਕੇ ਰੱਖ ਦਿੱਤਾ ਕਿ ਉਹ ਰਾਸ਼ਟਰਵਾਦੀ ਸਨ, ਜਦ ਕਿ ਗੁਰੂ ਪਾਤਸ਼ਾਹ ਦੀ ਸੋਚ ਰਾਸ਼ਟਰਵਾਦੀ ਨਹੀਂ ਸੀ, ਉਹ ਵਿਸ਼ਵਵਾਦੀ ਸੀ। ਅਗਰ ਉਸ ਸਮੇਂ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਦੀ ਜਗ੍ਹਾ ਕੋਈ ਹਿੰਦੂ ਬਾਦਸ਼ਾਹ ਬੈਠਾ ਹੁੰਦਾ, ਕੋਈ ਹੋਰ ਹੁੰਦਾ, ਉਹ ਮੁਸਲਮਾਨਾਂ ਤੇ ਈਸਾਈਆਂ ਤੇ ਜ਼ੁਲਮ ਕਰ ਰਿਹਾ ਹੁੰਦਾ, ਤਾਂ ਗੁਰੂ ਪਾਤਸ਼ਾਹ ਨੇ ਉਹਨਾਂ ਵਾਸਤੇ ਵੀ ਕੁਰਬਾਨੀ ਦੇਣੀ ਸੀ। ਪਰ ਜਿਨ੍ਹਾਂ ਵਾਸਤੇ ਗੁਰੂ ਪਾਤਸ਼ਾਹ ਨੇ ਕੁਰਬਾਨੀ ਦਿੱਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਦੇਖ ਲਓ। ਹੁਣ 16 ਜੰਗਾਂ ਸਤਿਗੁਰੂ ਨੇ ਲੜੀਆਂ ਤੇ ਉਹਨਾਂ ਵਿੱਚੋਂ 14 ਜੰਗਾਂ ਜਿਹੜੀਆਂ ਸਨ ਉਹ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ ਸਨ। ਤੇ ਜਿਹੜੀਆਂ 2 ਵੱਡੀਆਂ ਜੰਗਾਂ ਸਨ, ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉਸ ਦੇ ਵਿੱਚ ਅਗਰ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਤੇ ਹਿੰਦੂ ਪਹਾੜੀ ਰਾਜੇ ਜਿਹੜੇ ਉਹਨਾਂ ਦੇ ਨਾਲ ਉਸ ਸਮੇਂ ਮੁਗਲਾਂ ਦਾ ਸਾਥ ਦੇ ਰਹੇ ਸਨ, ਉਹਨਾਂ ਨੇ ਵੀ ਗਊ ਦੀਆਂ ਕਸਮਾਂ, ਗੀਤਾ ਦੀਆਂ ਕਸਮਾਂ ਖਾ ਕੇ ਤੇ ਵਾਅਦੇ ਤੋੜੇ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਛੋਟੇ ਸਾਹਿਬਜ਼ਾਦਿਆਂ ਦੀ, ਤੇ ਮੁਖਬਰੀ ਕਰਨ ਵਾਲਾ ਕੌਣ ਸੀ? ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਫੜਾਉਣ ਵਾਲਾ ਕੌਣ ਸੀ? ਉਹ ਗੰਗੂ ਬ੍ਰਾਹਮਣ, ਜਿਹੜਾ ਗੁਰੂ ਘਰ ਦਾ 20 ਸਾਲ ਰਸੋਈਆ ਰਿਹਾ, ਉਸਨੇ ਨਮਕ ਹਰਾਮੀ ਕੀਤੀ। ਹੁਣ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਉਣ ਦੀ ਵਕਾਲਤ ਕਰਨ ਵਾਲਾ ਕੌਣ ਸੀ? ਜੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਹਾਂ ਦਾ ਨਾਅਰਾ ਮਾਰਿਆ ਤੇ ਉਸ ਦੀ ਵਕਾਲਤ ਕਰਨ ਵਾਲਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣਨਾ ਚਾਹੀਦਾ ਕੌਣ ਸੀ? ਸੁੱਚਾਨੰਦ ਸੀ। ਔਰ ਸੁੱਚਾਨੰਦ ਕੌਣ ਸੀ? ਉਸ ਤੋਂ ਬਾਅਦ ਤੁਸੀਂ ਅੱਗੇ ਚਲੇ ਜਾਓ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਖੋਪੜੀ ਲਾਈ ਜਾਂਦੀ ਹੈ, ਤੇ ਉਹਨਾਂ ਦੀ ਮੁਖਬਰੀ ਕਰਨ ਵਾਲਾ ਕੌਣ ਸੀ? ਹਰਭਗਤ ਨਿਰੰਜਨ, ਜਿਹੜਾ ਬ੍ਰਾਹਮਣ ਸੀ। ਉਸ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਵਿੱਚ ਸਿੱਖ ਰਾਜ ਨੂੰ ਖਤਮ ਕਰਾਉਣ ਵਾਲੇ ਕੌਣ ਸਨ? ਗੁਲਾਬ ਸਿੰਘ ਤੇ ਧਿਆਨ ਸਿੰਘ ਵਰਗੇ ਡੋਗਰੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਇਤਨੀ ਨਫ਼ਰਤ ਹੈ। ਅੰਗਰੇਜ਼ਾਂ ਦੀ ਗੁਲਾਮੀ ਤਾਂ ਉਹਨਾਂ ਨੂੰ ਪ੍ਰਵਾਨ ਹੈ, ਪਰ ਸਿੱਖਾਂ ਦਾ ਖਾਲਸਾ ਰਾਜ ਉਹਨਾਂ ਨੂੰ ਪ੍ਰਵਾਨ ਨਹੀਂ ਹੈ। ਜਿਸ ਖਾਲਸਾ ਰਾਜ ਨੇ ਉਹਨਾਂ ਨੂੰ ਇਤਨਾ ਇੱਜ਼ਤ ਤੇ ਮਾਣ ਦਿੱਤਾ, ਅਹੁਦੇ ਦਿੱਤੇ, ਉਹਨਾਂ ਨੂੰ ਬਰਾਬਰਤਾ ਦਿੱਤੀ, ਉਹਨਾਂ ਨੂੰ ਖਾਲਸਾ ਰਾਜ ਪ੍ਰਵਾਨ ਨਹੀਂ ਸੀ, ਪਰ ਅੰਗਰੇਜ਼ਾਂ ਦੀ ਗੁਲਾਮੀ ਉਹਨਾਂ ਨੂੰ ਪ੍ਰਵਾਨ ਸੀ। ਤੇ ਉਸ ਤੋਂ ਬਾਅਦ 100 ਸਾਲ ਅੰਗਰੇਜ਼ਾਂ ਦੇ ਗੁਲਾਮ ਰਹੇ। ਦੇਸ਼ ਦੀ ਆਜ਼ਾਦੀ ਦੀ ਗੱਲ ਚੱਲੀ, ਉਹਦੇ ਵਿੱਚ 90% ਕੁਰਬਾਨੀਆਂ ਜਿਹੜੀਆਂ ਨੇ ਉਹ ਸਿੱਖ ਕੌਮ ਨੇ ਦਿੱਤੀਆਂ। ਭਗਤ ਸਿੰਘ ਕੌਣ ਸੀ? ਕਰਤਾਰ ਸਿੰਘ ਸਰਾਭਾ ਕੌਣ ਸੀ? ਸ਼ਹੀਦ ਊਧਮ ਸਿੰਘ ਕੌਣ ਸੀ, ਜਿਸ ਨੇ ਲੰਦਨ ਦੇ ਵਿੱਚ ਜਾ ਕੇ ਜਨਰਲ ਉਡਵਾਇਰ ਨੂੰ ਮਾਰਿਆ? ਫਾਂਸੀਆਂ ਤੇ ਚੜ੍ਹਨ ਵਾਲੇ ਕੌਣ ਸਨ? ਇਤਿਹਾਸ ਪੱਖ ਤੁਸੀਂ ਦੇਖ ਲਵੋ, ਜੇ ਕਾਲੀ ਪਾਣੀ ਦੀਆਂ ਸਜ਼ਾਵਾਂ ਹੋਈਆਂ ਤਾਂ ਉਹਨਾਂ ਵਿੱਚ ਸਿੱਖ ਕਿਤਨੇ ਸਨ ਤੇ ਬਾਕੀ ਕਿਤਨੇ ਸਨ? ਜੇ ਜਲਿਆਂਵਾਲਾ ਬਾਗ ਦਾ ਮੋਰਚਾ ਲੱਗਿਆ, ਉੱਥੇ ਸ਼ਹਾਦਤਾਂ ਹੋਈਆਂ ਤੇ ਉੱਥੇ ਸ਼ਹੀਦ ਹੋਣ ਵਾਲੇ ਸਿੱਖ ਕਿਤਨੇ ਸਨ ਤੇ ਬਾਕੀ ਕਿਤਨੇ ਸਨ? ਫਾਂਸੀਆਂ ਚੜ੍ਹਨ ਵਾਲੇ ਸਿੱਖ ਕਿਤਨੇ ਸਨ? ਆਜ਼ਾਦੀ ਤੋਂ ਪਹਿਲੇ ਸਿੱਖ ਕੌਮ ਦੇ ਨਾਲੇ ਵਾਅਦੇ ਕੀਤੇ ਗਏ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਬਰਾਬਰਤਾ ਦਾ ਸਨਮਾਨ ਦਿੱਤਾ ਜਾਏਗਾ, ਬਰਾਬਰਤਾ ਦਾ ਦਰਜਾ ਦਿੱਤਾ ਜਾਏਗਾ। ਇਹ 2 ਨੰਬਰ ਦੇ ਸ਼ਹਿਰੀ ਨਹੀਂ, ਬਲਕਿ 1 ਨੰਬਰ ਦੇ ਸ਼ਹਿਰੀ ਬਣ ਕੇ ਜਿਹੜੇ ਨੇ ਇਹ ਭਾਰਤ ਵਰਸ਼ ਦੇ ਵਿੱਚ ਰਹਿਣਗੇ। ਭਾਰਤ ਵਿੱਚ ਕਿਉਂਕਿ ਸਿੱਖਾਂ ਦੀਆਂ 90% ਤੇ ਸ਼ਹਾਦਤਾਂ ਹਨ। ਇਹ ਤੇ ਇਤਿਹਾਸ ਵੀ ਲਿਖਿਆ ਦਾ ਕਿਉਂਕਿ ਉਸ ਟਾਈਮ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ। ਮੁਗਲਾਂ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ, ਅੰਗਰੇਜ਼ਾਂ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ, ਆਜ਼ਾਦੀ ਦੇ ਸਮੇਂ ਇਹਨਾਂ ਨੂੰ ਸਿੱਖਾਂ ਦੀ ਜ਼ਰੂਰਤ ਸੀ। ਜਦੋਂ ਦੇਸ਼ ਆਜ਼ਾਦ ਹੋ ਗਿਆ, ਜੋ ਕੀਤੇ ਹੋਏ ਵਾਅਦੇ ਸਨ, ਇਹ ਵਾਅਦਿਆਂ ਤੋਂ ਜਿਹੜੇ ਇੱਥੋਂ ਦੇ ਹੁਕਮਰਾਨ ਸਨ ਉਹ ਇਨਕਾਰੀ ਹੋ ਗਏ ਕਿ ਭਈ ਉਹ ਆਜ਼ਾਦੀ ਕੇ ਪਹਿਲੇ ਕੀ ਬਾਤ ਥੀ, अब आज़ादी के बाद की बात कुछ ਹੋਰ ਹੈ। ਉਹ ਨਤੀਜਾ ਜਦੋਂ ਇਹਨਾਂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਗੱਲ ਕਿਹਨੇ ਕਹੀ ਸੀ? ਇਹ ਗੱਲ ਨਹਿਰੂ ਨੇ ਕਹੀ ਸੀ। ਮਹਾਤਮਾ ਗਾਂਧੀ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਉਸ ਤੋਂ ਇਨਕਾਰ ਹੋ ਗਿਆ। ਮਾਸਟਰ ਤਾਰਾ ਸਿੰਘ ਜੀ ਦੇ ਨਾਲ ਇਹ ਗੱਲਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਦੇਖੋ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੀਆਂ ਵਫਾਦਾਰੀਆਂ ਦਾ ਇਨਾਮ ਕੀ ਮਿਲਿਆ? ਸੰਵਿਧਾਨ ਦੀ ਧਾਰਾ 25 ਵੀ, ਜਿਸ ਦੇ ਵਿੱਚ ਸਿੱਖਾਂ ਨੂੰ ਕੇਸਾਤਾਰੀ ਹਿੰਦੂ ਕਰਕੇ ਲਿਖਿਆ ਗਿਆ। ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਿਹਾ ਗਿਆ ਕਿ ਇਹ ਜ਼ਰਾਇਮ ਪੇਸ਼ਾ ਕੌਮ ਹੈ, ਇਹਨਾਂ ਤੇ ਕਰੜੀ ਨਿਗਾਹ ਰੱਖੀ ਜਾਏ। ਇਹ ਤੇ ਭਲਾ ਹੋਇਆ ICS ਕਪੂਰ ਸਿੰਘ ਹੋਰਾਂ ਦਾ ਕਿ ਉਹ ਹੁਸ਼ਿਆਰਪੁਰ ਦੇ ਡਿਪਟੀ ਮੈਜਿਸਟ੍ਰੇਟ ਲੱਗੇ ਸਨ ਤੇ ਉਹਨਾਂ ਨੇ ਇਸ ਚੀਜ਼ ਦਾ ਪਤਾ ਚੱਲਿਆ ਤੇ ਇਹ ਚੀਜ਼ਾਂ ਬਾਹਰ ਆ ਗਈਆਂ। ਨਹੀਂ ਤਾਂ ਹੋ ਸਕਦਾ ਲੰਬਾ ਸਮਾਂ ਸਿੱਖ ਕੌਮ ਨੂੰ ਇਸ ਗੱਲ ਦਾ ਪਤਾ ਹੀ ਨਾ ਚੱਲਦਾ ਕਿ ਸਿੱਖਾਂ ਦੇ ਨਾਲ ਕਿਹੋ ਜਿਹੀਆਂ ਗਧਾਰੀਆਂ ਜਿਹੜੀਆਂ ਨੇ ਆਜ਼ਾਦੀ ਤੋਂ ਬਾਅਦ ਕੀਤੀਆਂ ਜਾ ਰਹੀਆਂ ਨੇ। ਜਦੋਂ ਸਿੱਖਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ, ਉਹਨਾਂ ਨੇ ਇਸ ਲਈ ਆਵਾਜ਼ ਬੁਲੰਦ ਕਰਨਾ ਸ਼ੁਰੂ ਕੀਤੀ। ਇਹ ਉਸ ਦਾ ਪਰਿਣਾਮ ਸੀ 1984 ਦਾ ਘੱਲੂਘਾਰਾ, ਕਿ ਸਿੱਖ ਕੌਮ ਨੂੰ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਇਹ ਦੁਬਾਰਾ ਸਿਰ ਨਾ ਚੁੱਕ ਸਕਣ ਭਾਰਤ ਦੇ ਅੰਦਰ। ਉਸ ਟਾਈਮ ਦੀਆਂ ਮੌਜੂਦਾ ਸਰਕਾਰਾਂ, ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਤੇ ਉਹਨਾਂ ਦੇ ਦੁਆਰਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਕੁਝ ਇਹੋ ਜਿਹੀ ਗੱਲਾਂ ਵੀ ਕੀਤੀਆਂ ਗਈਆਂ ਕਿ ਸੰਤ ਜਰਨੈਲ ਸਿੰਘ ਜੀ ਆਪਣੇ ਆਪ ਅਲੱਗ ਘਰ ਦੀ ਮੰਗ ਕਰਦੇ ਨੇ, ਯਾਨੀ ਕਿ ਖਾਲਿਸਤਾਨ ਦੀ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਆਪਣੇ ਸੰਤ ਜੀ ਸਿੱਖਾਂ ਦੇ ਹਿੰਦੂਆਂ ਦੇ ਵਿਰੋਧੀ ਨੇ। ਦੇਖੋ ਜੀ, ਇਹ ਤਾਂ ਸਿੱਧੀ ਭਾਰਤ ਸਰਕਾਰ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸੀ, ਜਦ ਕਿ ਸਿੱਖਾਂ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਜਿਹੜੀ ਹੈ ਉਹ ਨਹੀਂ ਕੀਤੀ, ਅਲੱਗ ਮੰਗ ਨਹੀਂ ਕੀਤੀ। ਤੁਸੀਂ ਸੰਤਾਂ ਦੇ ਅੱਜ ਵੀ ਇੰਟਰਵਿਊ ਦੇਖ ਲਓ ਸੋਸ਼ਲ ਮੀਡੀਆ ਦੇ ਵਿੱਚ, YouTube ਦੇ ਵਿੱਚ, ਜਿਹੜੇ ਵੀ ਇੰਟਰਵਿਊ ਹੋਏ, ਸੰਤਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ। ਕਿ ਕਦੇ ਖਾਲਿਸਤਾਨ ਦੀ ਮੰਗ ਕੀਤੀ ਉਹਨਾਂ ਨੇ? ਮੈਂ ਉਹੀ ਅਰਜ਼ ਕਰ ਰਿਹਾ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਰਵਾਂਗੇ ਇੱਕ ਸ਼ਰਤ ਦੇ ਉੱਪਰ, ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਰਹਾਂਗੇ, ਬਰਾਬਰਤਾ ਦਾ ਸਾਨੂੰ ਹੱਕ ਚਾਹੀਦਾ। ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਿੱਖਾਂ ਦੀ ਬਰਾਬਰਤਾ ਦੀ ਗੱਲ ਸੀ, ਪਾਣੀਆਂ ਦਾ ਮੁੱਦਾ ਸੀ, ਕਿਰਸਾਨੀ ਦਾ ਮੁੱਦਾ ਸੀ। ਹਮੇਸ਼ਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਰਹੇ। ਪਰ ਜਦੋਂ ਇਹਨਾਂ ਨੇ ਖਾਲਿਸਤਾਨ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਜੀ ਇਹ ਵੱਖਰਾ ਘਰ ਮੰਗਦੇ ਨੇ, ਜੀ ਇਹ ਖਾਲਿਸਤਾਨ ਮੰਗਦੇ ਨੇ, ਜੀ ਸਿੱਖ ਕੌਮ ਨੂੰ ਦੁਨੀਆ ਵਿੱਚ ਬਦਨਾਮ ਕਰਨ ਦੇ ਵਾਸਤੇ, ਤੇ ਜੇ ਪੱਤਰਕਾਰ ਸੰਤਾਂ ਨੂੰ ਸਵਾਲ ਪੁੱਛਦੇ ਸਨ ਇਸ ਦੇ ਉੱਪਰ, ਤੇ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਭਈ ਅਸੀਂ ਮੰਗ ਕੀਤੀ ਨਹੀਂ, ਪਰ ਜੇ ਸਰਕਾਰ ਸਾਨੂੰ ਦੇਣਾ ਚਾਹੁੰਦੀ ਹੈ ਤੇ ਅਸੀਂ 1947 ਵਾਲੀ ਗਲਤੀ ਵੀ ਨਹੀਂ ਦੁਹਰਾਵਾਂਗੇ, ਜੇ ਦੇਗੀ ਤੇ ਅਸੀਂ
ਪ੍ਰਵਾਨ ਵੀ ਕਰ ਲਾਂਗੇ, ਲੈ ਵੀ ਲਾਂਗੇ, ਤੇ ਜੇ ਨਹੀਂ ਦੇਣਾ ਤੇ ਫਿਰ ਅਨੰਦਪੁਰ ਦੇ ਮਤੇ ਦੇ ਉਹ ਮੁਤਾਬਕ ਸਾਨੂੰ ਬਰਾਬਰਤਾ ਚਾਹੀਦੀ ਹੈ ਭਾਰਤ ਦੇ ਅੰਦਰ। ਉਸ ਟਾਈਮ 3 ਜੂਨ 1984 ਅੱਜ ਤੋਂ 36 ਸਾਲ ਪਹਿਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਵੀ ਸੀ। ਤੁਹਾਨੂੰ ਲੱਗਦਾ ਹੈ ਕਿ ਇਸ ਦਿਨ ਨੂੰ ਸਰਕਾਰ ਦੇ ਵੱਲੋਂ ਆਪੇ ਹੀ ਚੁਣਿਆ ਗਿਆ ਕਿ ਹੋ ਸਕਦਾ ਹੈ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹੋਣਗੀਆਂ ਤੇ ਕਤਲੇਆਮ ਹੋ ਸਕਦਾ ਹੈ? ਬਿਲਕੁਲ, ਇਹ ਇੱਕ ਪੂਰੀ ਪ੍ਰੀ ਪਲਾਨਿੰਗ ਦੇ ਨਾਲ ਜਿਹੜਾ ਭਾਰਤ ਸਰਕਾਰ ਵੱਲੋਂ 1984 ਦਾ ਜਿਹੜਾ ਘੱਲੂਘਾਰਾ ਇਹ ਕੀਤਾ ਗਿਆ, ਇਹ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ, ਔਰ ਇਹ ਪੂਰੀ ਪਲਾਨਿੰਗ ਦੇ ਨਾਲ ਇਹ ਜੂਨ ਮਹੀਨਾ ਚੁਣਿਆ ਗਿਆ ਕਿਉਂਕਿ ਉਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਸੀ ਉਸੇ ਹਫ਼ਤੇ, ਔਰ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਸਨ। ਔਰ ਸਰਕਾਰ ਇਹ ਗੱਲ ਚਾਹੁੰਦੀ ਸੀ ਕਿ ਸਿੱਖਾਂ ਨੂੰ ਇੱਕੋ ਵਾਰ ਐਸਾ ਸਬਕ ਸਿਖਾਇਆ ਜਾਵੇ ਤਾਂ ਕਿ ਇਹ ਦੁਬਾਰਾ ਕਦੀ ਵੀ ਸਿਰ ਨਾ ਚੁੱਕ ਸਕਣ ਤੇ ਨਾ ਆਪਣੇ ਹੱਕ ਜਿਹੜੇ ਨੇ, ਹਕੂਕ ਨੇ, ਜਿਹੜੇ ਹੱਕ ਨੇ, ਉਹਨਾਂ ਦੀ ਇਹ ਗੱਲ ਕਰ ਸਕਣ। ਉਹ ਸਿੱਖਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਉਹ ਜਿਹੜਾ ਇਹ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਜਿਹੜਾ ਸੀ ਇਹ ਸਰਕਾਰ ਦੇ ਵੱਲੋਂ ਚੁਣਿਆ ਗਿਆ, ਔਰ ਇਸ ਦੀ ਪਲਾਨਿੰਗ ਜਿਹੜੀ ਹੈ ਇਹ ਬੜੀ ਦੇਰ ਪਹਿਲੇ ਤੋਂ ਹੀ ਚੱਲ ਰਹੀ ਸੀ। ਤੇ ਸਰਕਾਰ ਨੇ ਇੱਕ ਆਪਣਾ ਇਹ ਵੀ ਪੇਸ਼ ਕੀਤੀ ਦਲੀਲ ਕਿ ਅਸੀਂ ਸਿੰਘਾਂ ਨੂੰ, ਖਾੜਕੂ ਸਿੰਘਾਂ ਨੂੰ ਤੇ ਸੰਤ ਜੀ ਨੂੰ ਉੱਥੋਂ ਬਾਹਰ ਕੱਢਣਾ ਸੀ, ਤਾਂ ਹੀ ਉਹ ਇਹ ਹਮਲਾ ਕੀਤਾ ਗਿਆ। ਦੇਖੋ, ਇੱਕ ਚੀਜ਼ ਇਹ ਵੀ ਸਰਕਾਰ ਦਾ ਇੱਕ ਝੂਠਾ ਪ੍ਰੋਪੇਗੈਂਡਾ ਸੀ। ਇਸ ਦੇ ਹੋਰ ਵੀ ਬਹੁਤ ਸਾਰੇ ਤੌਰ ਤਰੀਕੇਕਾਰ ਹੋ ਸਕਦੇ ਸਨ ਜੇ ਸਰਕਾਰ ਦੇ ਮਨ ਦੇ ਵਿੱਚ ਇਸ ਤਰ੍ਹਾਂ ਹੀ ਸੀ। ਸੰਤ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਬੈਠੇ ਸਨ, ਜਿਹੜੇ ਬਾਕੀ ਹੋਰ ਜਿਸਲੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਦਰਬਾਰ ਸਾਹਿਬ, ਇਸ ਦੇ ਨਾਲ ਭਾਰਤ ਦੇ ਹੋਰ 38 ਗੁਰਦੁਆਰਿਆਂ ਵਿੱਚ, ਅਲੱਗ-ਅਲੱਗ ਸ਼ਹਿਰਾਂ ਦੇ 38 ਗੁਰਦੁਆਰਿਆਂ ਦੇ ਵਿੱਚ ਹਮਲਾ ਕੀਤਾ ਗਿਆ ਕਿ ਉਹਨਾਂ ਵਿੱਚ ਵੀ ਸੰਤ ਬੈਠੇ ਹੋਏ ਸਨ। ਉੱਥੇ ਸੰਤ ਤਾਂ ਨਹੀਂ ਸਨ ਨਾ, ਸੰਤ ਤਾਂ ਸਿਰਫ ਅਕਾਲ ਤਖਤ ਸਾਹਿਬ ਤੇ ਸਨ। ਇਹ ਸਰਕਾਰ ਦੀ ਕੇਵਲ ਸਿੱਖਾਂ ਨੂੰ ਬਦਨਾਮ ਕਰਨ ਦੇ ਵਾਸਤੇ ਤੇ ਝੂਠਾ ਪ੍ਰੋਪੇਗੈਂਡਾ ਕਰਨ ਦੇ ਵਾਸਤੇ ਇਹੋ ਜਿਹੀਆਂ ਜੜੀਆਂ ਨੇ, ਇਹ ਕਹਾਣੀਆਂ ਜੜੀਆਂ ਨੇ, ਇਹ ਬਣਾਈਆਂ ਗਈਆਂ। ਅੱਜ 36 ਸਾਲ ਹੋ ਗਏ ਨੇ, ਸਿੱਖਾਂ ਨੂੰ ਹਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਦੇਖੋ, ਸਰਕਾਰ ਦੀ ਨੀਅਤ ਹੀ ਨਹੀਂ ਹੈ ਇਨਸਾਫ ਦੇਣ ਦੀ। ਅਸੀਂ ਗੱਲ ਕਰੀਏ ਅੱਜ ਦੀ ਮੌਜੂਦਾ ਸਰਕਾਰ ਦੀ, ਇਹਨਾਂ ਨੇ ਵੀ ਸਿੱਖਾਂ ਨਾਲ ਵਾਅਦੇ ਕੀਤੇ ਕਿ ਅਸੀਂ ਤੁਹਾਨੂੰ ਇਨਸਾਫ ਦਿਲਾਵਾਂਗੇ। ਦੇਖੋ, ਸਰਕਾਰ ਭਾਵੇਂ ਬੀਜੇਪੀ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ, ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਕਾਂਗਰਸ ਜਾਂਦੀ ਹੈ, ਬੀਜੇਪੀ ਆ ਜਾਂਦੀ ਹੈ, ਬੀਜੇਪੀ ਜਾਂਦੀ ਹੈ ਤੇ ਕਾਂਗਰਸ ਆ ਜਾਂਦੀ ਹੈ। ਸਿੱਖਾਂ ਦੀ ਹਮਾਇਤੀ ਨਾ ਬੀਜੇਪੀ ਹੈ ਤੇ ਨਾ ਕਾਂਗਰਸ ਹੈ। ਨਾ ਸਿੱਖਾਂ ਦਾ ਭਲਾ ਕਾਂਗਰਸ ਦੇ ਰਾਜ ਵਿੱਚ ਹੋ ਸਕਦਾ ਤੇ ਨਾ ਬੀਜੇਪੀ ਦੇ ਰਾਜ ਦੇ ਵਿੱਚ ਹੋ ਸਕਦਾ। ਕਾਂਗਰਸ ਨੇ ਹਮਲਾ ਕੀਤਾ, ਸਾਹਮਣੇ ਤੋਂ ਆਣ ਕੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਨਸਲਕੁਸ਼ੀ ਕੀਤੀ, ਤੇ ਬੀਜੇਪੀ ਜਿਹੜੀ ਹੈ, ਇਹ ਬੀ ਟੀਮ ਜਿਹੜੀ ਹੈ, ਜਿਹੜੀ ਦੀ ਸ਼ਾਖਾ ਆਰਐਸਐਸ ਹੈ, ਉਹ ਸਿੱਖਾਂ ਨੂੰ ਸਿਧਾਂਤਕ ਤੌਰ ਦੇ ਉੱਤੇ ਮਾਰ ਦੇ ਰਹੀ ਹੈ। ਉਹ ਸਿਧਾਂਤਕ ਤੌਰ ਦੇ ਉੱਤੇ ਮਾਰ ਰਹੀ ਹੈ। ਅੱਜ ਸਿੱਖ ਨੂੰ ਵਿਪਰਵਾਦ ਦੇ ਗਹਿਰੇ ਸਾਗਰ ਦੇ ਵਿੱਚ ਜਿਹੜਾ ਹੈ ਉਹ ਗਰਕ ਕਰ ਦੇਣਾ ਚਾਹੁੰਦੀ ਹੈ। ਤੇ ਗੱਲ ਕਰੀਏ 1984 ਦੀ, ਤੇ ਨਾਲ ਹੀ ਕੁਝ ਸ਼ਰਾਰਤੀ ਤੱਤਵ ਜਿਹੜੇ ਕਿ 1984 ਨੂੰ ਸੋਸ਼ਲ ਮੀਡੀਆ ਦੇ ਰਾਹੀਂ ਹਰ ਸਾਲ ਜੂਨ ਦੇ ਮਹੀਨੇ ਸਿੱਖਾਂ ਨੂੰ ਯਾਦ ਕਰਵਾਉਂਦੇ ਨੇ ਕਿ ਸਿੱਖਾਂ ਨੂੰ ਕਿਤੇ 1984 ਭੁੱਲ ਤੇ ਨਹੀਂ ਗਿਆ। ਵੇਖੋ ਵੀਰ ਜੀ, ਇਹ ਇੱਕ ਬਦਕਿਸਮਤੀ ਹੈ ਕਿ ਸਿੱਖਾਂ ਦੇ ਜ਼ਖਮਾਂ ਨੂੰ ਮੁੜ ਕੇ ਬਾਰ-ਬਾਰ ਜਿਹੜਾ ਉਹ ਕੁਰੇਦਿਆ ਜਾਂਦਾ ਹੈ। ਔਰ ਇਸ ਆਜ਼ਾਦ ਭਾਰਤ ਦੇ ਅੰਦਰ ਅਗਰ ਇਹ ਲੋਕੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ ਤਾਂ ਸਿੱਖ ਕੌਮ ਦੀ ਬਦੌਲਤ ਮਾਣ ਰਹੇ ਨੇ। ਇਹਨਾਂ ਨੂੰ ਸਿੱਖਾਂ ਦਾ ਇਤਿਹਾਸ ਭੁੱਲ ਗਿਆ ਕਿ ਭਾਈ ਸਿੱਖਾਂ ਦਾ ਇਤਿਹਾਸ ਕੀ ਹੈ, ਸਿੱਖਾਂ ਨੇ ਸਾਡੇ ਵਾਸਤੇ ਕੀ ਕੀਤਾ, ਕਿਸ ਤਰ੍ਹਾਂ ਸਾਡੀਆਂ ਧੀਆਂ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਵਰਗੇ ਜਰਵਾਣਿਆਂ ਦੇ ਕੋਲੋਂ ਛੁਡਾ ਕੇ ਘਰੋਂ ਘਰੀ ਪਹੁੰਚਾਈ। ਅਗਰ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਜੇ ਸਿੱਖਾਂ ਦੇ ਕਾਰਨ ਮਾਰ ਰਹੇ ਹਾਂ, ਜੇ ਸਿੱਖ ਨਾ ਹੁੰਦੇ ਤੇ ਸ਼ਾਇਦ ਅੱਜ ਅਸੀਂ ਆਜ਼ਾਦ ਭਾਰਤ ਦੇ ਵਿੱਚ ਸਾਹ ਵੀ ਨਾ ਲੈ ਰਹੇ ਹੁੰਦੇ। ਅੱਜ ਭਾਰਤ ਦਾ ਨਕਸ਼ਾ ਕੁਝ ਹੋਰ ਹੁੰਦਾ। ਪਰ ਇਹ ਆਸਾਨ ਫਰਾਮੋਸ਼ਤ ਹੈ। ਔਰ ਮੈਂ ਇਹ ਗੱਲ ਕਹਾਂਗਾ ਕਿ ਸਾਡੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਨ੍ਹਾਂ ਨੂੰ ਧਾਰਮਿਕ ਸੁਤੰਤਰਤਾ ਦਿਲਾਉਣ ਦੇ ਵਾਸਤੇ ਇੰਨੀ ਵੱਡੀ ਕੁਰਬਾਨੀ ਕੀਤੀ, ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੁਰਬਾਨੀ ਭੁੱਲ ਗਏ, ਉਹ ਗੁਰੂ ਪਾਤਸ਼ਾਹ ਦੇ ਸਿੱਖਾਂ ਦੇ ਪ੍ਰਤੀ ਕਿਤਨੇ ਇੱਕ ਵਫਾਦਾਰ ਹੋਣਗੇ। ਇਹ ਤਾਂ ਭਾਰਤ ਵਰਸ਼ ਦੀ ਆਸਾਨ ਫਰਾਮੋਸ਼ਤ ਹੈ ਕਿ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਦੂਸਰੀ ਗੱਲ ਮੈਂ ਇਸ ਦੇ ਸੰਦਰਭ ਦੇ ਵਿੱਚ ਇਹ ਚੀਜ਼ ਕਹਿਣੀ ਚਾਹਾਂਗਾ, ਕੁੱਤੇ ਭੌਂਕਦੇ ਨੇ ਤੇ ਹਾਥੀ ਮਸਤ ਚੱਲਦੇ ਰਹਿੰਦੇ ਨੇ, ਪਰ ਜਿਸ ਦਿਨ ਭੌਂਕਣ ਵਾਲਾ ਕੁੱਤਾ ਕਿਧਰੇ ਹਾਥੀ ਦੇ ਪੈਰ ਥੱਲੇ ਆ ਜਾਏ ਫਿਰ ਉਸ ਦਿਨ ਉਸ ਨੂੰ ਅਹਿਸਾਸ ਹੁੰਦਾ ਹਾਥੀ ਦੀ ਤਾਕਤ ਦਾ। ਇਹ ਦੁੱਕੀ ਤਿੱਕੀ ਦੇ ਬੰਦੇ, ਇਹਨਾਂ ਵਾਲੇ ਪਾਸੇ ਜ਼ਿਆਦਾ ਧਿਆਨ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਸ ਨੂੰ ਨਾਲ ਦਾ ਪੜੋਸੀ ਨਹੀਂ ਪਛਾਣਦਾ, ਮੈਂ ਅਕਸਰ ਇਹ ਗੱਲ ਕਹਿਣਾ ਇੰਟਰਵਿਊ ਦੇ ਵਿੱਚ, ਜਿਹਨੂੰ ਨਾਲ ਦਾ ਗਵਾਂਢੀ ਪੜੋਸੀ ਨਹੀਂ ਪਛਾਣਦਾ ਤੇ ਉਹ ਵੀ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਵਾਸਤੇ ਸਿੱਖਾਂ ਨੂੰ ਟਾਰਗੇਟ ਕਰਦਾ ਹੈ, ਕਿਉਂਕਿ ਸਿੱਖ ਕੌਮ ਅਣਖੀ ਕੌਮ ਹੈ, ਇਹ ਬਰਦਾਸ਼ਤ ਨਹੀਂ ਕਰਦੀ, ਉਹ ਟਾਰਗੇਟ ਕਰਦਾ। ਤਾਂ ਜਦੋਂ ਅੱਗੋਂ ਸਿੱਖ ਕੌਮ ਦਾ ਰਿਐਕਸ਼ਨ ਆਉਂਦਾ ਹੈ
ਤੇ ਫਿਰ 24 ਘੰਟੇ ਅੰਦਰ ਅੰਦਰ ਗੋਡਿਆਂ ਤੇ ਆ ਕੇ ਮਾਫੀਆਂ ਵੀ ਮੰਗ ਲੈਂਦੇ ਨੇ ਇਹ ਲੋਕੀ। ਬਸ ਇਤਨੇ ਕੁ ਜੋਗੇ ਨੇ। ਇਸ ਵਾਸਤੇ ਗੱਲ ਇਹ ਹੈ ਕਿ ਕੁੱਤੇ ਭੌਂਕਦੇ ਨੇ, ਹਾਥੀ ਮਸ ਚਾਲ ਚੱਲਦੇ ਨੇ, ਪਰ ਜਿਸ ਦਿਨ ਭੌਂਕਣ ਵਾਲਾ ਕੁੱਤਾ ਹਾਥੀ ਦੇ ਪੈਰ ਥੱਲੇ ਆਇਆ ਫਿਰ ਉਸ ਨੂੰ ਅਹਿਸਾਸ ਹੋਏਗਾ। 84 ਯਾਦ ਕਰਾਉਣ ਦੀਆਂ ਗੱਲਾਂ ਕਰਨ ਵਾਲੇ ਜਿਸ ਦਿਨ ਕਿਧਰੇ ਸਾਹਮਣੇ ਆ ਗਏ ਤੇ ਉਸ ਦਿਨ ਇਹਨਾਂ ਨੂੰ ਵੀ ਪਤਾ ਚੱਲ ਜਾਏਗਾ ਕਿ 84 ਦੁਹਰਾਈ ਕਿਸ ਤਰੀਕੇ ਨਾਲ ਜਾਂਦੀ ਹੈ। ਦੂਸਰਾ ਨੰਬਰ, ਅਗਰ 84 ਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਨੇ ਤੇ ਕੇ.ਐਸ. ਬਰਾੜ ਦੀ ਕਿਤਾਬ ਆਪਰੇਸ਼ਨ ਬਲੂ ਸਟਾਰ ਪੜ੍ਹ ਕੇ ਦੇਖ ਲੈਣ ਕਿ ਭਾਰਤੀ ਫੌਜ ਦਾ ਕਿਤਨਾ ਨੁਕਸਾਨ ਹੋਇਆ ਸੀ, ਕਿਤਨੀਆਂ ਲਾਸ਼ਾਂ ਟਰੱਕ ਭਰ ਕੇ ਉੱਥੋਂ ਕੱਢੀਆਂ ਗਈਆਂ। ਹਮਲਾ ਕਰਾਉਣ ਵਾਲੀ ਇੰਦਰਾ ਗਾਂਧੀ ਦਾ ਕੀ ਹਸ਼ਰ ਹੋਇਆ, ਜਰਨਲ ਵੈਦਿਆ ਦਾ ਕੀ ਹੋਇਆ, ਹੋਰ ਜਿਹੜੇ ਗੁਨੇਗਾਰ ਸਨ ਉਹਨਾਂ ਦਾ ਕੀ ਹਸ਼ਰ ਹੋਇਆ। ਇਹ ਵੀ ਇਹਨਾਂ ਨੂੰ ਸੋਚ ਲੈਣਾ ਚਾਹੀਦਾ, ਉਸ ਪਾਸੇ ਵੀ ਧਿਆਨ ਦੇਣੀ ਚਾਹੀਦੀ ਹੈ। ਇਸ ਕਰਕੇ ਸਿੱਖ 2% ਨੇ, ਸਿੱਖ ਕੌਮ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ। ਕੁਝ ਇਹ ਆਪਣੇ ਗਵਰਨਮੈਂਟ ਦੁਆਰਾ ਵੀ ਕਿਹਾ ਜਾਂਦਾ ਹੈ ਕਿ ਆਪਣੇ ਪਿੰਡਰਾ ਵਾਲੇ ਸੰਤ ਜੀ ਆਤੰਕਵਾਦੀ ਸਨ। ਵੇਖੋ, ਇਹ ਮੈਂ ਨਹੀਂ ਕਹਿੰਦਾ। ਇਹਨਾਂ ਦੇ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਸੁਬਰਮਨੀਅਮ ਸਵਾਮੀ, ਉਹਨਾਂ ਦੀ ਇੱਕ ਵੀਡੀਓ ਵੀ ਮੇਰੇ ਕੋਲ ਪਈ ਹੈ ਰਿਕਾਰਡ ਦੇ ਤੌਰ ਦੇ ਉੱਪਰ। ਔਰ ਇੱਕ ਸੀਨੀਅਰ ਲੀਡਰ ਨੇ, ਮਤਲਬ ਭਾਰਤ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਬੜਾ ਉੱਚਾ ਕੱਦ ਹੈ, ਕਈ ਸਰਕਾਰਾਂ ਉਹਨਾਂ ਬਣਾਈਆਂ, ਕਈ ਗਿਰਾਈਆਂ। ਉਹ ਸੁਬਰਮਨੀਅਮ ਸਵਾਮੀ ਦਾ ਇੰਟਰਵਿਊ ਪੜ੍ਹ ਲੈਣ, ਉਹੀ ਇਹ ਗੱਲ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਸਨ। ਕਿਉਂ ਨਹੀਂ ਸਨ? ਉਹ ਕਹਿੰਦਾ ਮੇਰੀ ਕਈ ਵਾਰੀ ਮੁਲਾਕਾਤ ਹੋਈ, ਭਾਰਤ ਦੇ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਵੀ FIR ਦਰਜ ਨਹੀਂ ਹੈ। ਔਰ ਜਿਹੜਾ ਆਤੰਕਵਾਦੀ ਹੋਵੇ ਉਸ ਦੇ ਖਿਲਾਫ ਇੱਕ ਵੀ FIR ਦਰਜ ਨਾ, ਤੁਸੀਂ ਉਸ ਨੂੰ ਅੱਤਵਾਦੀ ਕਿਸ ਤਰ੍ਹਾਂ ਕਹਿ ਸਕਦੇ ਹੋ ਬਈ? ਦੂਸਰਾ ਨੰਬਰ ਇਹ ਚੀਜ਼ ਹੈ ਕਿ ਉਹ ਰੋਜ਼ਾਨਾ ਅਕਾਲ ਤਖਤ, ਸੁਬਰਮਨੀਅਮ ਸਵਾਮੀ ਇਹ ਗੱਲ ਕਹਿੰਦਾ ਕਿ ਉਹ ਰੋਜ਼ਾਨਾ ਅਕਾਲ ਤਖਤ ਸਾਹਿਬ ਤੇ ਪ੍ਰੈਸ ਬੁਲਾ ਕੇ, ਮੀਡੀਆ ਬੁਲਾ ਕੇ ਤੇ ਇੰਟਰਵਿਊ ਦਿੰਦੇ ਸਨ ਕਿ ਜਿਹੜਾ ਕੋਈ ਆਤੰਕਵਾਦੀ ਹੋਏਗਾ ਉਹ ਐਸਾ ਕਰੇਗਾ, ਉਹ ਆਪਣਾ ਫੇਸ ਸਾਹਮਣੇ ਲਿਆਏਗਾ। ਉਹ ਰੋਜ਼ਾਨਾ ਦਿੰਦੇ ਸਨ। ਉਹ ਆਤੰਕਵਾਦੀ ਕਿੱਥੋਂ ਨੇ? ਇਹ ਤਾਂ ਇੱਕ ਭਾਰਤ ਸਰਕਾਰ ਦੇ ਦਿਲਾਂ ਦੀ ਜਿੱਥੋਂ ਗੱਲ ਸ਼ੁਰੂ ਹੋਈ ਸੀ, ਇੱਕ ਸਿੱਖਾਂ ਦੇ ਪ੍ਰਤੀ ਨਫ਼ਰਤ ਹੈ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਚੁੱਕਿਆ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ, ਹਕੂਕਾਂ ਦੀ ਗੱਲ ਕੀਤੀ, ਸਿੱਖ ਕੌਮ ਦੀ ਭਾਰਤ ਵਰਸ਼ ਦੇ ਅੰਦਰ ਬਰਾਬਰਤਾ ਦੀ ਗੱਲ ਕੀਤੀ। ਇਹਨਾਂ ਨੂੰ ਉਹ ਚੀਜ਼ਾਂ ਨਹੀਂ ਪਚੀਆਂ। ਇਹਨਾਂ ਨੇ ਬਦਨਾਮ ਕਰਨ ਦੇ ਵਾਸਤੇ, ਜਸਟੀਫਾਈ ਕਰਨ ਦੇ ਵਾਸਤੇ ਇਹੋ ਜਿਹੇ ਐਲੀਗੇਸ਼ਨ ਜਿਹੜੇ ਨੇ ਉਹ ਲਗਾਉਣੇ ਸ਼ੁਰੂ ਕਰ ਦਿੱਤੇ। ਕਿ ਸਿੱਖ ਘੱਲੂਘਾਰਾ 1984 ਨੂੰ ਲੈ ਕੇ ਸਿੱਖ ਨੌਜਵਾਨਾਂ ਨੂੰ ਤੁਹਾਡਾ ਕੀ ਮੈਸੇਜ ਹੈ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਮੈਂ ਸਿੱਖ ਨੌਜਵਾਨਾਂ ਨੂੰ ਉਸ ਤੋਂ ਪਹਿਲੇ ਕਿ ਕੋਈ ਸੰਦੇਸ਼ ਦਿਆਂ, ਮੈਂ ਇੱਕ ਗੱਲ ਸੰਤਾਂ ਦੇ ਬਾਰੇ ਜਿਹੜੀ ਰਹਿ ਗਈ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ। ਇੱਕ ਗੱਲ ਕਹੀ ਜਾਂਦੀ ਹੈ, ਇਹ ਪ੍ਰਚਾਰਿਆ ਜਾ ਰਿਹਾ ਕਿ ਸੰਤ ਜਰਨੈਲ ਸਿੰਘ ਜਿਹੜੇ ਨੇ ਉਹ ਹਿੰਦੂਆਂ ਦੇ ਵਿਰੋਧੀ ਸਨ। ਮੇਰੇ ਇਹ ਦਿਲ ਦੇ ਵਿੱਚ ਆਈ ਹੈ, ਮੇਰਾ ਇੱਕ ਆਪਣਾ ਹੈਗਾ ਕਿ ਸੰਤ ਕਿਸੇ ਵੀ ਧਰਮ ਦੇ, ਕੌਮ ਦੇ ਵਿਰੋਧੀ ਨਹੀਂ ਸਨ। ਅਗਰ ਵਿਰੋਧੀ ਹੁੰਦੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕੈਲਾਸ਼ ਖੇਰ ਦੀ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ, ਦੁਕਾਨ ਸੜ ਗਈ, ਤੇ ਉਸ ਨੂੰ ਕਈ ਫਿਰਕਾ ਪ੍ਰਸਤਾਂ ਨੇ, ਤਾਕਤਾਂ ਨੇ ਇਹ ਜ਼ੋਰ ਪਾਇਆ ਕਿ ਤੂੰ ਸੰਤਾਂ ਦਾ ਨਾਂ ਲੈ। ਉਹ ਨਹੀਂ ਲਿਆ। ਉਹ ਸੰਤ ਜਰਨੈਲ ਸਿੰਘ ਉਹਨਾਂ ਕੋਲ ਆਇਆ ਤੇ ਉਸਨੇ ਕਿਹਾ, ਸੰਤ ਜੀ ਮੇਰੀ ਦੁਕਾਨ ਸੜ ਗਈ, ਮੇਰੇ ਬੱਚੇ ਜਿਹੜੇ ਨੇ ਉਹ ਸੜਕਾਂ ਤੇ ਰੁਲ ਜਾਣਗੇ ਤੇ ਤੁਸੀਂ ਮੈਨੂੰ 100 ਰੁਪਈਆ ਦੇ ਦਿਓ ਤੇ ਬਾਕੀਆਂ ਕੋਲੋਂ ਮੈਂ ਉਗਰਾਹੀ ਕਰਕੇ ਆਪਣੀ ਦੁਕਾਨ ਦੇ ਵਿੱਚ ਸਮਾਨ ਪਾ ਲਾਂਗਾ। ਤੇ ਸੰਤਾਂ ਨੇ ਉਸ ਕੈਲਾਸ਼ ਖੇਰ ਨੂੰ ਆਪਣੀ ਗਲਵਕੜੀ ਵਿੱਚ ਲਿਆ ਤੇ ਸਿਰ ਤੇ ਹੱਥ ਫੇਰ ਕੇ ਕਹਿਣ ਲੱਗੇ ਕਿ ਤੂੰ ਗੁਰੂ ਦੇ ਦਰ ਦੇ ਉੱਤੇ ਆਏ, ਗੁਰੂ ਦੇ ਸਿੱਖ ਦੇ ਕੋਲ ਆਇਆ ਹੈ ਤੇ ਗੁਰੂ ਨੇ ਸਿੱਖ ਨੂੰ ਇਹ ਸਿਖਾਇਆ ਕਿ ਕਿਸੇ ਵੀ ਮਾਸੂਮ ਤੇ ਮਜ਼ਲੂਮ ਨੂੰ ਜਿਹੜਾ ਉਹ ਦੁਖੀ ਨਹੀਂ ਹੋਣ ਦੇਣਾ। ਇਸ ਵਾਸਤੇ ਤੇਰੇ ਬੱਚੇ ਸੜਕਾਂ ਦੇ ਉੱਤੇ ਮੈਂ ਨਹੀਂ ਰੁਲਣ ਦਿਆਂਗਾ। ਉਹਨੇ 100 ਰੁਪਇਆ ਮੰਗਿਆ ਤਾਂ ਸੰਤਾਂ ਨੇ ਆਪਣੀ ਜੇਬ ਦੇ ਵਿੱਚੋਂ 500 ਰੁਪਇਆ ਕੱਢ ਕੇ ਉਸ ਕੈਲਾਸ਼ ਖੇਰ ਨੂੰ ਦਿੱਤਾ। ਤੇ ਜੇ ਉਹ ਹਿੰਦੂ ਵਿਰੋਧੀ ਹੁੰਦੇ ਤੇ ਉਸ ਦੇ ਨਾਲ ਇਸ ਤਰ੍ਹਾਂ ਦੀ ਹਮਦਰਦੀ ਕਿਸ ਤਰ੍ਹਾਂ ਕਰਦੇ? ਇਹ ਕੇਵਲ ਸੰਤਾਂ ਨੂੰ ਬਦਨਾਮ ਕਰਨ ਦੇ ਵਾਸਤੇ ਇਹੋ ਜਿਹੇ ਪ੍ਰਾਪੋਗੰਡੇ ਕੀਤੇ ਗਏ। ਦੂਸਰਾ ਜਿਹੜਾ ਤੁਹਾਡਾ ਸਵਾਲ ਸੀ ਕਿ ਨੌਜਵਾਨਾਂ ਦੇ ਪ੍ਰਤੀ, ਦੇਖੋ ਨੌਜਵਾਨ ਕੌਮ ਦੇ ਵਿੱਚ, ਕੌਮ ਰੂਪੀ ਮਹਿਲ ਦੇ ਜਿਹੜੇ ਨੇ ਪਿੱਲਰ ਹੁੰਦੇ ਨੇ। ਔਰ ਸਾਡਾ ਇਤਿਹਾਸ ਦੇਖ ਲਵੋ ਕਿ ਜਦੋਂ ਵੀ ਕੌਮ ਦੇ ਉੱਤੇ ਕੋਈ ਭੀੜਾ ਜਾਂ ਵਿਪਦਾ ਬਣੀ ਹੈ ਤੇ ਨੌਜਵਾਨੀ ਨੇ ਅੱਗੇ ਹੋ ਕੇ ਉਸ ਹਰ ਮੁਸ਼ਕਲ ਦਾ ਸਾਹਮਣਾ ਕੀਤਾ, ਟਾਕਰਾ ਕੀਤਾ। ਔਰ ਜਿਤਨੇ ਵੀ ਇਤਿਹਾਸ ਪੱਖ ਨੇ ਸਾਡੇ, ਨੌਜਵਾਨਾਂ ਦਾ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਇਸ ਵਾਸਤੇ ਮੇਰੀ ਕੌਮ ਦੇ ਨੌਜਵਾਨਾਂ ਦੇ ਪ੍ਰਤੀ ਇਹ ਬੇਨਤੀ ਹੈ ਕਿ ਅੱਜ ਸੌਣ ਦਾ ਵੇਲਾ ਨਹੀਂ, ਅੱਜ ਜਾਗਣ ਦਾ ਵੇਲਾ ਹੈ। ਉੱਠ ਜਾਗ ਤੂੰ, ਉੱਠ ਜਾਗ ਤੂੰ। ਇਹ ਸੌਣ ਦਾ ਵੇਲਾ ਨਹੀਂ, ਇਹ ਰੰਗਰਲੀਆਂ ਦਾ ਸਮਾਂ ਨਹੀਂ, ਇਹ ਗਾਉਣ ਦਾ ਵੇਲਾ ਨਹੀਂ। ਆਫਤਾਂ ਨੇ ਘੇਰਿਆ ਅੱਜ ਆਸ਼ਿਆਨਾ ਏ ਤੇਰਾ, ਮਿੱਤਰ ਕੋਈ ਨਹੀਂ ਸਜਣਾ ਵੈਰੀ ਜਮਾਨਾ ਏ ਤੇਰਾ। ਇਸ ਕਰਕੇ ਨੌਜਵਾਨੀ ਨੂੰ ਅੱਜ ਜਾਗਣ ਦੀ ਜ਼ਰੂਰਤ ਹੈ। ਅੱਜ ਜ਼ਰੂਰਤ ਹੈ ਇਹ ਜਿਤਨੀ ਵੀ ਸਾਡੀ ਲੀਡਰਸ਼ਿਪ ਹੈ, ਇਸ ਲੀਡਰਸ਼ਿਪ ਨੂੰ ਇੱਕ ਪਾਸੇ ਛੱਡ ਕੇ ਅੱਜ ਨਵੀਂ ਲੀਡਰਸ਼ਿਪ ਪੈਦਾ ਕਰਨ ਦੀ, ਸਿੱਖ ਨੌਜਵਾਨੀ ਦੇ ਵਿੱਚੋਂ ਨਵਾਂ ਲੀਡਰਸ਼ਿਪ ਉਭਾਰੀ ਜਾਵੇ, ਪੈਦਾ ਕੀਤੀ ਜਾਵੇ, ਜਿਹੜੀ ਕੌਮ ਨੂੰ ਸੁਚੱਜੀ ਤੇ ਯੋਗ ਜਿਹੜੀ ਹੈ ਉਹ ਅਗਵਾਈ ਦੇ ਸਕੇ। ਮੇਰੀ ਨੌਜਵਾਨਾਂ ਦੇ ਪ੍ਰਤੀ ਇਹੀ ਬੇਨਤੀ ਹੈ ਕਿ ਇਸ ਤੋਂ ਪਹਿਲੇ ਜਿਹੜੇ ਘੱਲੂਘਾਰੇ ਹੋਏ, ਵੱਡਾ ਘੱਲੂਘਾਰਾ ਹੋਇਆ, ਛੋਟਾ ਘੱਲੂਘਾਰਾ ਹੋਇਆ,
ਤੇ ਗੁਰਸਿੱਖਾਂ ਨੇ ਹਾਰ ਨਹੀਂ ਮੰਨੀ ਜਵਾਨੀਆਂ ਦੇ ਬਲ ਦੇ ਉੱਪਰ, ਤੇ 3 ਮਹੀਨੇ ਦੇ ਬਾਅਦ ਗੁਰਮਤਾ ਕਰਕੇ ਸਰਹੰਦ ਫਤਿਹ ਕਰ ਲਈ ਸੀ। ਤੇ ਸਿੱਖ ਕੌਮ ਦੇ ਉੱਤੇ ਇਤਨਾ ਵੱਡਾ ਘੱਲੂਘਾਰਾ ਵਾਪਰਿਆ। ਤੇ ਨੌਜਵਾਨੋ, ਤੁਹਾਡਾ ਇਹ ਫਰਜ਼ ਬਣਦਾ ਆਪਣੇ ਕੌਮ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਸਾਡੇ ਵਾਲੇ ਪਾਸੇ ਇਸ਼ਾਰਾ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁਤਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸਾਡੇ ਵਿੱਚ ਉਹਨਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਵੇਖਿਆ ਸੀ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ, ਜ਼ਿੰਮੇਵਾਰੀ ਬਣਦੀ ਹੈ, ਨਸ਼ਿਆਂ ਦਾ ਤਿਆਗ ਕਰੀਏ, ਪਤਤ ਪੂਣੇ ਦਾ ਤਿਆਗ ਕਰੀਏ, ਖੰਡੇ ਬਾਟੇ ਦੀ ਪੋਹਲ ਛਕੀਏ, ਦਸਤਾਰਧਾਰੀ ਹੋਈਏ ਅਤੇ ਆਪਣੀ ਕੌਮ ਦੇ ਪ੍ਰਤੀ ਵਫਾਦਾਰ ਹੋਈਏ। ਤੇ ਥਾਂ ਥਾਂ ਦੇ ਉੱਤੇ ਭਟਕਣਾ ਛੱਡ ਕੇ, ਡੇਰਿਆਂ ਤੇ ਦੰਬੀਆਂ ਪਖੰਡੀਆਂ ਥਾਂ ਥਾਂ ਤੇ ਭਟਕਣਾ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੀਏ। ਇੱਕ ਨਿਸ਼ਾਨ ਤੇ ਇੱਕ ਵਿਧਾਨ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਚੱਲੀਏ, ਤੇ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਹੈ ਸਿੱਖ ਕੌਮ ਵਾਲੇ ਪਾਸੇ ਅੱਖ ਚੁੱਕ ਕੇ ਨਹੀਂ ਵੇਖ ਸਕਦੀ। ਤੁਸੀਂ ਸੁਣ ਰਹੇ ਸੋ ਗੁਰਮੀਤ ਸਿੰਘ ਜੀ, ਜੋ ਕਿ ਸਿੱਖ ਪ੍ਰਚਾਰਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।